Hello my dear friends, today again I welcome you all to my YouTube channel Jigjo Tutorial Physics। इस वार करांगे +1 ਦੀ ਕਲਾਸ ਦਾ। ਉਮੀਦ ਹੈ ਤੁਹਾਨੂੰ ਸਾਡੇ ਬਣਾਏ ਹੋਏ ਅੱਜ ਤੱਕ ਦੇ ਸਾਰੇ ਵੀਡੀਓਜ਼ ਬਹੁਤ ਪਸੰਦ ਆਏ ਹੋਣਗੇ। ਜਿਵੇਂ ਤੁਸੀਂ ਸਾਨੂੰ ਪਿਆਰ ਦੇ ਰਹੇ ਹੋ ਇਦਾਂ ਹੀ ਪਿਆਰ ਦਿੰਦੇ ਰਹੋ ਔਰ ਅਸੀਂ ਵੀ ਤੁਹਾਡੇ ਲਈ ਇਦਾਂ ਹੀ ਵੀਡੀਓਜ਼ ਵਧੀਆ ਬਣਾ ਕੇ ਭੇਜਦੇ ਰਵਾਂਗੇ। ਜੋ ਬੇਟਾ ਆਪਾਂ ਅੱਜ ਕਰਾਂਗੇ, ਅੱਜ ਕਰਨ ਜਾ ਰਹੇ ਹਾਂ ਅਸੀਂ +1 ਦਾ ਟੌਪਿਕ ਹੈ ਐਰਰ ਐਨਾਲਿਸਿਸ। ਐਰਰ एनालिसिस मीनस आप एरर्स ਨੂੰ ਕਿਵੇਂ ਲਿਖਣਾ ਹੈ, एरर्स ਨੂੰ ਕਿਵੇਂ ਐਨਾਲਾਈਜ਼ ਕਰਾਂਗੇ, ਉਹਦਾ ਪ੍ਰੋਪਰ ਉਹਦੇ ਉੱਪਰ ਚਰਚਾ ਕਰਾਂਗੇ। ਆਪਾਂ एरर्स ਆਉਂਦੇ ਕਿੱਦਾਂ ਆ? ਸਭ ਤੋਂ ਪਹਿਲਾਂ ਮੇਨ ਚੀਜ਼ ਹੈ ਕਿ ਬੇਟਾ एरर्स ਆ ਕਿੱਦਾਂ ਸਕਦੇ ਆ। ਤੁਸੀਂ ਆਪ ਸੋਚੋ ਕਿਸੇ ਵੀ ਚੀਜ਼ ਦਾ ਤੁਸੀਂ ਕੰਮ ਕੋਈ ਕੀਤਾ ਹੋਵੇ, ਅੱਜ ਤੱਕ ਕੋਈ ਵੀ ਕੰਮ ਕਰੋ ਤਾਂ ਉਹਦੇ ਵਿੱਚ एरर ਕਿੱਦਾਂ ਆਉਂਦੇ ਆ। ਦੋ ਹੀ ਕੇਸ ਹੋ ਸਕਦੇ ਆ, ਜਾਂ ਤਾਂ ਅਸੀਂ उस काम ਨੂੰ ਚੰਗੇ ਤਰੀਕੇ ਨਾਲ ਨਹੀਂ ਕਰਦੇ ਪਏ, ਦਿਲੋਂ ਨਹੀਂ ਕਰਦੇ ਪਏ, ਉਤੋਂ ਕਰਦੇ ਪਏ ਆ, ਉਨੀ ਕੀ ਰਹਿ ਜਾਂਦੀ ਹੈ, ਉਹ ਐਰਰਸ ਹੋ ਗਏ। ਉਹ ਐਰਰ ਮੀਨਸ ਸਾਡੀ ਨੈਗਲੀਜੈਂਸੀ ਕਰਕੇ, ਠੀਕ ਹੈ ਨਾ। ਜਾਂ ਸਾਨੂੰ ਉਸ ਬਾਰੇ ਪ੍ਰੋਪਰ ਨਹੀਂ ਪਤਾ, ਸਾਡੀ ਆਪਾਂ ਨੈਗਲੀਜੈਂਸ ਆਪਣੀ ਵਰਤਦੇ ਪਏ ਆ, ਅਸੀਂ ਉਹਦੇ ਉੱਪਰ ਪੂਰੀ ਕੇਅਰਲੈਸਨੈਸ ਦੇ ਨਾਲ ਕੰਮ ਕਰਦੇ ਪਏ ਆ, ਤਾਂ ਉਹ ਹੋ ਗਏ ਸਾਡੀਆਂ ਮਿਸਟੇਕਸ ਹੈ। ਇਹਨਾਂ ਕਰਕੇ ਉਹ ਐਰਰਸ ਆਉਂਦੇ। ਹੋਰ ਐਰਰ ਕਿੱਦਾਂ ਹੋਣਗੇ ਕਿ ਜਿਸ ਚੀਜ਼ ਦੇ ਨਾਲ ਅਸੀਂ ਉਹਨੂੰ ਮੇਜ਼ਰ ਕਰਦੇ ਪਏ ਆ ਉਹ ਉਸ ਚੀਜ਼ ਨੂੰ ਚੰਗੀ ਤਰ੍ਹਾਂ ਮੇਜ਼ਰ ਨਹੀਂ ਕਰ ਪਾ ਰਹੇ, मीनस वो डिवाइस करके। एग्जाम्पल है, फिर आप इसे एग्जाम्पल लेने लीस्ट काउंट ਅਸੀਂ ਪਿਛਲੀ ਵਾਰ ਪੜ੍ਹ ਲਿਆ ਸੀ। ਜੇ ਲੀਸਟ ਕਾउंट ਨਹੀਂ ਪੜਿਆ ਬੇਟਾ, ਲੀਸਟ ਕਾउंट ਬਾਰੇ ਤੁਹਾਨੂੰ ਅਜੇ ਵੀ ਥੋੜੀ ਬਹੁਤੀ ਪ੍ਰੋਬਲਮ ਹੈ ਤਾਂ ਸਾਡੇ ਪ੍ਰੀਵੀਅਸ ਲੈਕਚਰ ਵਿੱਚ ਜਾਓ, ਲੀਸਟ ਕਾउंट ਨੂੰ ਸਿੱਖੋ। ਲੀਸਟ ਕਾउंट ਕਿੱਥੇ ਆਪਾਂ ਬੇਟਾ ਪੜਿਆ ਸੀ? ਸਿਗਨੀਫੀਕੈਂਟ ਫਿਗਰਸ ਦੇ ਵਿੱਚ। ਸਿਗਨੀਫੀਕੈਂਟ ਫਿਗਰਸ ਦੀ ਪੂਰੀ ਡਿਟੇਲ ਸਟੱਡੀ ਲੈ ਕੇ ਫਿਰ ਸਾਡੇ ਨਾਲ ਜੁੜੋ। ਇੱਕ ਦੇ ਸਿੱਧਾ ਜੁੜੋਗੇ ਤਾਂ ਪਿਛਲੀ ਵੀ ਪ੍ਰੋਬਲਮ ਤੁਹਾਡੀ ਮਨ ਵਿੱਚ ਰਹੀ ਜਾਣੀ ਹੈ। ਸਿਗਨੀਫੀਕੈਂਟ ਫਿਗਰਸ ਚੀਜ਼ਾਂ ਕੀ ਸੀ। एग्जाम्पल फिर हुई, इसे मार्कर ਨੂੰ ਅਸੀਂ ਮੇਜ਼ਰ ਕਰਨਾ। ਅਗਰ ਇਸ ਮਾਰਕਰ ਦੀ ਮੇਜ਼ਰਮੈਂਟ ਜਿਵੇਂ ਅਸੀਂ ਪਿਛਲੇ ਲੈਕਚਰ ਦੇ ਵਿੱਚ ਪੜਿਆ ਸੀ ਕਿ ਮੰਨ ਲਓ 10 ਸੈਂਟੀਮੀਟਰ ਹੈ, ਤਾਂ ਅਗਰ ਇਸ ਦੀ ਮੇਜ਼ਰਮੈਂਟ ਮੀਟਰ ਸਕੇਲ ਦੇ ਨਾਲ ਕਰਦਾ ਪਿਆ ਵਾ 10 ਸੈਂਟੀਮੀਟਰ ਤੋਂ ਉੱਪਰ, ਔਰ ਮੀਟਰ ਸਕੇਲ ਜਿਹੜਾ ਹੈ ਉਹ 1 mm ਤੱਕ ਇਸ ਨੂੰ ਮੇਜ਼ਰ ਕਰ ਸਕਦਾ ਘੱਟੋ ਘੱਟ। ਲੀਸਟ ਕਾउंट ਦਾ ਕੀ ਹੈ? 1 mm। ਮੀਨਸ ਮੈਂ ਇਸ ਨੂੰ ਮੀਟਰ ਸਕੇਲ ਦੇ ਨਾਲ, ਕਿਸੇ ਵੀ ਸਕੇਲ ਦੇ ਨਾਲ, ਜਦੋਂ ਜਿਓਮੈਟਰੀ ਬਾਕਸ ਦੇ ਵਿੱਚ ਸਕੇਲ ਪਏ ਹੋਣਗੇ ਉਸ ਦੇ ਨਾਲ ਅਗਰ ਆਪਾਂ ਇਸ ਨੂੰ ਮੇਜ਼ਰ ਕਰੀਏ ਤਾਂ ਇਹਦੀ ਡਾਈਮੈਂਸ਼ਨ ਅਗਰ 10 ਸੈਂਟੀਮੀਟਰ ਆਉਂਦੀ ਹੈ ਤਾਂ ਹੋ ਸਕਦਾ 10 ਤੋਂ ਥੋੜੀ ਜਿਹੀ ਉੱਪਰ ਥੱਲੇ ਵੀ ਹੋਵੇ, 1 mm ਉੱਪਰ ਥੱਲੇ ਹੋ ਸਕਦਾ ਹੋਰ। ਬਟ ਜਿਹੜਾ ਮੀਟਰ ਸਕੇਲ ਹੈ ਉਹ mm ਤੱਕ ਹੀ, ਮੀਨਸ ਮਿਨੀਮਮ 1 mm ਤੱਕ ਉਹ ਮੇਜ਼ਰ ਕਰ ਸਕਦਾ ਘੱਟੋ ਘੱਟ। ਸੋ ਜਿਹੜੀ ਇਹਦੀ ਉੱਪਰਲੀ ਡਾਈਮੈਂਸ਼ਨ ਜਿਹੜੀ ਆਪਾਂ ਮੇਜ਼ਰ ਕਰੀਏ ਸ਼ਾਇਦ ਉਹ ਹੋ ਸਕਦਾ ਹੈ 10.1 ਸੈਂਟੀਮੀਟਰ, ਮੀਨਸ 0.1 ਜਿਹੜਾ ਉੱਪਰ ਲੱਗਦਾ ਪਿਆ 10 ਤੋਂ ਉੱਪਰ ਆਇਆ ਹੈ। ਕੀ ਹੋ ਸਕਦਾ ਹੈ ਉਨੀ ਮੇਜ਼ਰਮੈਂਟ ਇਹਦੀ ਨਾ ਹੋਵੇ, ਇਹਦੀ ਥੋੜੀ ਉਹਦੇ ਵਿਚਕਾਰ ਜੀ ਕਿਤੇ ਆ ਜੀ। ਮੀਨਸ 10 ਸੈਂਟੀਮੀਟਰ ਤੋਂ ਲੈ ਕੇ 10.1 ਸੈਂਟੀਮੀਟਰ ਦੇ ਵਿੱਚ ਕਿਤੇ ਇਹਦੀ ਜਿਹੜੀ ਲੈਂਥ ਹੈ ਉਹ ਮੇਜ਼ਰ ਕਰਦੀ ਹੋਵੇ, ਉਹਦੇ ਵਿਚਲੀ ਇਹਦੀ ਲੈਂਥ ਹੁੰਦੀ ਹੋਵੇ। ਸੋ ਬੇਟਾ ਉਹ ਚੀਜ਼ਾਂ ਹੁਣ ਉਹ ਜਿਹੜਾ ਮੀਟਰ ਸਕੇਲ ਆ ਉਹ ਇਸ ਨੂੰ ਪਰਫੈਕਟਲੀ ਕੀ ਕਰੂਗਾ? ਮੇਜ਼ਰ ਨਹੀਂ ਕਰ ਪਾਏਗਾ। ਸੋ ਇਸ ਦੇ ਲਈ ਮੈਨੂੰ ਕੀ ਕਰਨਾ ਪਊਗਾ? ਕੋਈ ਐਸਾ ਡਿਵਾਈਸ ਲੈਣਾ ਪੈਣਾ ਜਿਹੜੀ ਇਹਦੀ ਮੇਜ਼ਰਮੈਂਟ ਐਨ ਅੱਛੇ ਤਰੀਕੇ ਨਾਲ ਕਰ ਸਕੇ, ਪ੍ਰੋਪਰਲੀ ਕਰ ਸਕੇ। ਫਿਰ ਮੈਨੂੰ ਵਰਨੀਅਰ ਕੈਲੀਪਰ ਲੈਣਾ ਪਊਗਾ, ਠੀਕ ਹੈ। ਹੋਰ ਅੱਛੇ ਤਰੀਕੇ ਦੇ ਨਾਲ ਕਰਨਾ ਹੈ ਤਾਂ ਸਕਰੂ ਗੇਜ ਲੈਣਾ ਪਊਗਾ। ਬਟ ਸਕਰੂ ਗੇਜ ਜਿਹੜਾ ਆ ਉਹ ਇੰਨੀ ਲੈਂਥ ਤੱਕ ਓਪਨ ਨਹੀਂ ਹੋਏਗਾ, ਉਹ ਸਿੰਪਲ ਥਿਕਨੈਸ ਵਾਸਤੇ ਹੁੰਦਾ। ਸੋ ਦੇਅਰਫੋਰ ਅਸੀਂ ਐਸੇ ਕਿਹੜੇ ਡਿਵਾਈਸਿਸ ਨੂੰ ਯੂਜ਼ ਕਰੀਏ ਤਾਂ ਕਿ ਆਪਾਂ ਕਿਸੇ ਵੀ ਚੀਜ਼ ਦੀ ਅਗਰ ਮੇਜ਼ਰਮੈਂਟ ਕਰਦੇ ਪਏ ਆ ਤਾਂ ਅਸੀਂ ਉਸ ਦੀ ਟਰੂ ਵੈਲਿਊ ਤੱਕ ਪਹੁੰਚ ਸਕੀਏ। ਬਟ ਕੀ ਹੁੰਦਾ ਕਿ ਹਰ ਵਾਰ ਬੇਟਾ ਥੋੜਾ ਬਹੁਤਾ ਐਰਰ ਹਰ ਇੱਕ ਚੀਜ਼ ਦੇ ਵਿੱਚ ਆ ਹੀ ਜਾਂਦਾ ਹੈ। ਸੋ ਜਿਹੜਾ ਥੋੜਾ ਬਹੁਤਾ ਐਰਰ ਹੈ ਉਸ ਚੀਜ਼ ਤੋਂ ਆਪਾਂ ਕਿੱਦਾਂ ਸਿੱਖਦੇ ਆ, ਉਸ ਚੀਜ਼ ਦੇ ਆਪਾਂ ਨਿਊਮੈਰੀਕਲਸ ਕਿੱਦਾਂ ਕਰਦੇ ਆ, ਅਸੀਂ ਉਹਨਾਂ ਐਰਰਸ ਨੂੰ ਕਿਵੇਂ ਲਿਖਦੇ ਆ, ਕਿੱਦਾਂ ਅਸੀਂ ਉਸ ਚੀਜ਼ ਨੂੰ ਫੋਲੋ ਕਰਕੇ ਚੱਲਦੇ ਆ, ਉਹ ਸਭ ਚੀਜ਼ਾਂ ਅਸੀਂ ਪੜ੍ਹਨੀਆਂ ਇਹਦੇ ਵਿੱਚ, ਠੀਕ ਹੈ। ਪ੍ਰੋਪਰਲੀ ਐਰਰ ਨੂੰ ਐਨਾਲਾਈਜ਼ ਕਰਨਾ ਕਿ ਅਗਰ ਦੋ ਥਿੰਗਸ ਨੇ ਆਪਾਂ ਜਿਹਨਾਂ ਨੂੰ ਮੇਜ਼ਰ ਕਰਦੇ ਪਏ ਆ, ਅਗਰ ਉਹਨਾਂ ਦੋਨੋਂ ਥਿੰਗਸ ਦੇ ਵਿਚਕਾਰ ਦੀ ਐਡੀਸ਼ਨ ਕਰਦੇ ਪਏ ਆ ਤਾਂ ਦੈਨ ਐਰਰਸ ਨੂੰ ਆਪਾਂ ਕਿੱਦਾਂ ਲੈ ਕੇ ਚੱਲੀਏ, ਐਰਰਸ ਨੂੰ ਨਾਲ ਆਪਾਂ ਕਿੱਦਾਂ ਲਿਖਾਂਗੇ, ਐਰਰਸ ਨੂੰ ਉਸ ਇਕੁਏਸ਼ਨ ਦੇ ਵਿੱਚ ਕਿਵੇਂ ਸੁਟੇਬਲੀ ਆਪਾਂ ਪੁੱਟ ਕਰਾਂਗੇ। ਉਹਨਾਂ ਦੋਨੋਂ ਥਿੰਗਸ ਨੂੰ ਅਗਰ ਆਪਾਂ ਮਾਈਨਸ ਕਰਨਾ ਆ ਦੈਨ ਐਰਰਸ ਨੂੰ ਕਿਵੇਂ ਲੈ ਕੇ ਚੱਲਾਂਗੇ। ਅਗਰ ਉਹੀ ਦੋਨੋਂ ਥਿੰਗਸ ਨੂੰ ਅਸੀਂ ਮਲਟੀਪਲਾਈ ਕਰਨਾ ਫਿਰ ਐਰਰ ਕਿਵੇਂ, ਉਹਨਾਂ ਦੋਨੋਂ ਥਿੰਗਸ ਨੂੰ ਆਪਾਂ ਡਿਵਾਈਡ ਕਰਨਾ ਦੈਨ ਐਰਰ ਕਿਵੇਂ। ਅਗਰ ਉਹਨਾਂ ਸਭ ਚੀਜ਼ਾਂ ਦੀ ਮਲਟੀਪਲੀਕੇਸ਼ਨ ਨਾਲ ਪਾਵਰ ਵੀ ਆ ਰਹੀ ਹੈ ਦੈਨ ਐਰਰ ਕਿਵੇਂ। ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਬੇਟਾ ਤੇ ਐਰਰਸ ਨੂੰ ਅਸੀਂ ਪੂਰੇ ਆਪਣੇ ਅੱਜ ਦੇ ਅਪ ਟੂ 40 to 45 ਮਿੰਟਸ ਦੇ ਵਿੱਚ ਚੰਗੀ ਤਰ੍ਹਾਂ ਪੜ੍ਹਨਾ ਹੈ। ਸੋ ਲੈਕਚਰ ਨੂੰ ਮਿਸ ਨਹੀਂ ਕਰਨਾ। ਜਿਹੜੇ ਬੱਚੇ ਤੁਹਾਡੇ ਨਾਲ ਹੋਰ ਵੀ ਹੋਣਗੇ ਉਹਨਾਂ ਨੂੰ ਵੀ ਨਾਲ ਜੋੜਨਾ ਤਾਂ ਕਿ ਇਸ ਲੈਕਚਰ ਨੂੰ ਚੰਗੀ ਤਰ੍ਹਾਂ ਉਹ ਵੀ ਸਮਝ ਸਕਣ। ਹੈ ਕੀ ਇਹਦੇ ਵਿੱਚ ਬੇਟਾ ਐਰਰ ਐਨਾਲਿਸਿਸ ਦੇ ਵਿੱਚ? ਦੇਖੋ ਜੀ ਕੀ ਹੋ ਰਿਹਾ। ਆਪਾਂ ਇੰਨੀ ਗੱਲ ਕੀਤੀ ਕਿ ਕਿਸੇ ਵੀ ਚੀਜ਼ ਨੂੰ ਅਗਰ
ਆਪਾਂ ਐਨਾਲਾਈਜ਼ ਕਰਨਾ, ਸਾਨੂੰ ਦੋ ਤਰੀਕੇ ਨਾਲ ਉਸ ਦੇ ਵਿੱਚ ਐਰਰ ਆ ਸਕਦਾ, ਜਾਂ ਤਾਂ ਸਾਡੀ ਨੈਗਲੀਜੈਂਸੀ ਕਰਕੇ ਉਸ ਨੂੰ ਆਪਾਂ ਮਿਸਟੇਕਸ ਬੋਲਦੇ ਆ, ਤੇ ਜਾਂ ਜਿਸ ਡਿਵਾਈਸ ਨਾਲ ਅਸੀਂ ਮੈਜ਼ਰ ਕਰਦੇ ਪਏ ਆ ਉਸ ਕਰਕੇ। ਸੋ ਡਿਵਾਈਸ ਕਰਕੇ ਅਗਰ ਆਵੇ ਤਾਂ ਉਹਦੇ ਲੀਸਟ ਕਾਊਂਟ ਕਰਕੇ ਪ੍ਰੋਬਲਮਸ ਹੋਣਗੇ। ਮਿਨੀਮਮ ਲੀਸਟ ਕਾਊਂਟ ਕਿੰਨਾ ਕਰ ਸਕਦਾ, ਤੇ ਉਹਦੇ ਵਿੱਚ ਇਹਦੀ ਡਾਈਮੈਂਸ਼ਨ ਮੇ ਵੀ ਸੈੱਟ ਨਾ ਬੈਠਦੀ ਹੋਵੇ, ਥੋੜੀ ਉੱਪਰ ਨੀਚੇ ਹੋ ਜੇ ਤੇ ਐਰਰ ਆ ਜਾਊਗਾ ਜਿੰਨਾ ਵੀ ਆ ਰਿਹਾ। ਠੀਕ ਹੈ, ਸੋ ਇਹ ਆਈਆਂ ਐਰਰਸ। ਹੁਣ ਐਰਰਸ ਹੈ ਕਿੰਨੇ ਤਰੀਕੇ ਦੇ, ਉਹਨਾਂ ਨੂੰ ਪੜ੍ਹਨਾ ਆਪਾਂ ਕਿ ਐਰਰਸ ਦੇ ਵਿੱਚ ਜਿਹੜੀਆਂ ਸਾਡੇ ਕੋਲ ਟਰਮਸ ਆਉਂਦੀਆਂ ਨੇ ਉਹ ਕਿਹੜੀਆਂ ਨੇ, ਤਾਂ ਕਿ ਕਿਉਂਕਿ ਆਪਾਂ ਜਦੋਂ ਕੁਐਸਚਨਸ ਕਰਨੇ ਆ ਬੇਟਾ ਤਾਂ ਸਾਨੂੰ ਇਸੇ ਤਰੀਕੇ ਦੇ ਐਰਰਸ ਹੀ ਨਾਲ ਨਾਲ ਪੁੱਛਣੇ ਆ ਉਹਨਾਂ ਨੇ। ਠੀਕ ਹੈ, ਸੋ ਕੀ ਹੈ ਚੀਜ਼ਾਂ। ਸਭ ਤੋਂ ਪਹਿਲੇ ਨੰਬਰ ਟਰਮ ਹੈ ਸਾਡੇ ਕੋਲ ਜੋ ਬਹੁਤ ਇੰਪੋਰਟੈਂਟ ਹੈ ਬੇਟਾ, ਉਹ ਹੈ ਐਬਸੋਲੂਟ ਐਰਰ। ਐਬਸੋਲੂਟ ਐਰਰ ਕੀ ਹੋਏਗਾ, ਇਸ ਦੀ ਮੈਂ ਇਸੇ ਦੀ ਗੱਲ ਕਰਾਂ, ਇਸ ਦੀ ਟਰੂ ਵੈਲਿਊ ਕਿੰਨੀ ਹੈ। ਟਰੂ ਵੈਲਿਊ ਮੀਨਸ ਇਹਦੀ ਐਗਜ਼ੈਕਟ ਮੈਜ਼ਰਮੈਂਟ ਕਿੰਨੀ ਹੈ। ਮੈਂ ਇਸੇ ਡਿਵਾਈਸ ਨਾਲ ਇਸ ਨੂੰ ਮੈਜ਼ਰ ਕੀਤਾ ਜੋ ਕਿ ਐਗਜ਼ੈਕਟ ਮੈਜ਼ਰਮੈਂਟ ਦੱਸ ਕੇ ਕਿੰਨੀ ਹੈ। ਠੀਕ ਹੈ, ਸੋ ਐਗਜ਼ੈਕਟ ਮੈਜ਼ਰਮੈਂਟ ਅਗਰ ਇਸ ਦੀ ਕੰਸੀਡਰ ਕਰ ਲਵਾਂ ਤਾਂ ਉਹ ਹੈ ਬੇਟਾ 10.15 ਸੈਂਟੀਮੀਟਰ। ਇਹ ਕੀ ਹੈ ਇਹਦੀ ਐਗਜ਼ੈਕਟ ਮੈਜ਼ਰਮੈਂਟ। ਸੋ ਇਹ ਕੀ ਹੋਈ ਇਹਦੀ ਟਰੂ ਵੈਲਿਊ। ਤੇ ਮੈਂ ਜਿਸ ਡਿਵਾਈਸ ਨਾਲ ਇਸ ਨੂੰ ਮੈਜ਼ਰ ਕਰਦਾ ਪਿਆ, ਮੈਂ ਮੰਨ ਲਓ ਅਸੀਂ ਮੈਂ ਇਸ ਨੂੰ ਮੈਜ਼ਰ ਕਰਦਾ ਪਿਆ ਮੈਂ ਕਿਸੇ ਮੀਟਰ ਸਕੇਲ ਦੇ ਨਾਲ, ਤੇ ਉਸ ਦੇ ਨਾਲ ਇਸ ਦੀ ਟਰੂ ਵੈਲਿਊ ਜੋ ਆਈ ਉਹ ਆ ਗਈ 10.1। ਠੀਕ ਹੈ, 10.1 ਸੈਂਟੀਮੀਟਰ ਇੰਨੀ ਆ ਗਈ। ਸੋ ਇਹ ਆਈ ਸਾਡੇ ਕੋਲ ਐਕਸਪੈਰੀਮੈਂਟਲ ਵੈਲਿਊ ਜੋ ਮੈਂ ਮੈਜ਼ਰ ਕੀਤਾ। ਤੇ ਪ੍ਰੋਬਲਮ ਕਿੱਥੇ ਆਈ, ਹੁਣ ਕੀ ਇਹ ਜਿਹੜੀ ਟਰੂ ਵੈਲਿਊ ਔਰ ਐਕਸਪੈਰੀਮੈਂਟਲ ਵੈਲਿਊ ਦੋਨੋਂ ਆਪਸ ਵਿੱਚ ਮੈਚ ਕੀਤੀਆਂ, ਨਹੀਂ ਕੀਤੀਆਂ। ਪ੍ਰੋਬਲਮ ਕਿਹਦੇ ਕਰਕੇ ਹੋਈ, ਮੇਰੇ ਕਰਕੇ ਨਹੀਂ ਹੋਈ, ਮੈਂ ਪੂਰੇ ਤਰੀਕੇ ਦੇ ਨਾਲ ਇਸ ਨੂੰ ਦੇਖਦਾ ਪਿਆ ਹਾਂ। ਪ੍ਰੋਬਲਮ ਕਿਹਦੇ ਕਰਕੇ ਹੋਈ, ਸਾਡੇ ਡਿਵਾਈਸ ਕਰਕੇ। ਡਿਵਾਈਸ ਨੇ ਹੋਰ ਲੀਸਟ ਕਾਊਂਟ ਹੋਰ ਚੰਗੇ ਤਰੀਕੇ ਦੇ ਨਾਲ ਜਿਹੜਾ ਉੱਪਰਲਾ 0.5 ਹੈ, ਅੱਜ ਹੋ ਗਿਆ ਸਾਡੇ ਕੋਲ 0.5 mm ਹੈ, ਉਸ ਨੂੰ ਉਸਨੇ ਮੈਜ਼ਰ ਹੀ ਨਹੀਂ ਕੀਤਾ। 0.05 ਉਸ ਨੂੰ ਮੈਜ਼ਰ ਹੀ ਨਹੀਂ ਕਰ ਪਾਇਆ ਇਹ। ਸੋ देयरफॉर ਆ ਜਿਹੜੀ ਮੈਜ਼ਰਮੈਂਟ ਇਹ ਕੀ ਕਰ ਜੂਗੀ, ਐਕਟ ਕਰੂਗੀ ਉਹਦੇ ਵਿੱਚ ਆ ਗਏ ਐਰਰ। देयरफॉर ਇਹ ਚ ਐਰਰ ਕਿੰਨਾ ਆ ਗਿਆ ਬੇਟਾ ਜੀ, ਅਸੀਂ ਦੇਖਣਾ ਹੁਣ ਇਹ ਚ ਐਰਰ ਕਿੰਨਾ ਆ ਰਿਹਾ। ਸੈਂਟੀਮੀਟਰ ਦੇ ਵਿੱਚ ਆਇਆ ਬੇਟਾ ਇੰਨਾ। ਠੀਕ ਹੈ ਨਾ, ਸਾਡੇ ਕੋਲ ਆਪਣੇ ਕੋਲ ਐਰਰ ਉੱਪਰ ਨਿਕਲ ਕੇ ਆ ਗਿਆ ਨਾ, ਇੰਨਾ ਐਰਰ ਆਇਆ। ਸੋ ਆਪਾਂ ਐਰਰ ਚੈੱਕ ਕਰ ਲਈਏ ਬੇਟਾ, ਸਾਡੇ ਕੋਲ ਕਿੰਨਾ ਨਿਕਲ ਕੇ ਆ ਗਿਆ 10.15 ਸੈਂਟੀਮੀਟਰ। ਇਹ ਸਾਡੀ ਟਰੂ ਵੈਲਿਊ ਆ। ਇਸ ਚੋਂ ਮੈਜ਼ਰ ਕਰੀਏ ਅਸੀਂ ਆਪਣੀ, ਸੋ ਇਸ ਨੂੰ ਆਪਾਂ ਮਾਈਨਸ ਕਰ ਦਾਂਗੇ, ਸਾਡੇ ਕੋਲ ਵੈਲਿਊ ਬੇਟਾ ਆ ਜਾਊਗੀ 0.5 ਸੈਂਟੀਮੀਟਰ। ਠੀਕ ਹੈ, mm ਦੇ ਵਿੱਚ ਸਾਡੇ ਕੋਲ ਵੈਲਿਊ ਆ ਗਈ ਇੰਨੀ ਵੈਲਿਊ ਆਈ mm ਦੇ ਵਿੱਚ, ਔਰ ਸੈਂਟੀਮੀਟਰ ਦੇ ਵਿੱਚ ਸਾਡੇ ਕੋਲ ਵੈਲਿਊ ਆ ਗਈ ਇੰਨੀ। ਸੋ देयरफॉर आ ਕੀ ਐਕਟ ਕਰਦਾ ਵਾ ਸਾਡੇ ਕੋਲ एरर। तो ये एरर कौन सा है, ये एरर है एब्सोल्यूट एरर। सो एब्सोल्यूट एरर बेटा की हुंदा या ट्रू वैल्यू माइनस एक्सपेरिमेंटल वैल्यू। ठीक है, साडे कोल ये सी सब चीज़ां। इहदे विचों मैं देखिया मेरे को डिफरेंस कितना आ रहा बेटा, साडे कोल च डिफरेंस आया। सो ये सेंटीमीटर है बेटा, मैं लिखता सी गलती नाल 0.05 सेंटीमीटर। सो आ साडे कोल की आया एरर आ गया, और ए वाले एरर ਨੂੰ ਅਸੀਂ ਇਸ ਦੇ ਵਿੱਚ ਲਿਖ ਕੇ ਦੇਖ ਲਿਆ, और ਸਾਡੇ ਕੋਲ ਵੈਲਿਊਜ਼ ਨਿਕਲ ਕੇ ਆ ਗਈਆਂ। ट्रू वैल्यू की होगी, ट्रू वैल्यू माइनस एक्सपेरिमेंटल वैल्यू वी गेट एब्सोल्यूट एरर। सो ये होया एब्सोल्यूट एरर, जो साडे को एरर आया एब्सोल्यूट एरर हो चुका। नेक्स्ट की कह रहे सानू अगे अगली टर्म होगी बेटा, वो है रिलेटिव एरर। वो रिलेटिव एरर क्या चीज है, जो साडे कोल एब्सोल्यूट एरर आया उस दी रेशो किदे नाल जो इहदी ट्रू वैल्यू है। किवें रिलेटिव वर्ड तुसी 10th क्लास तो रिसेंटली पढ़ के आए हो, कुछ आप पढ़िया सी रिलेटिव इंडेक्स पढ़िया सी, रिलेटिव इंडेक्स, रिलेटिव वेलोसिटी, ये सब चीज़ां पढ़ते सी। दोनों चीज़ां जिन्हां दी डायमेंशन सेम होण, उन्हां दी आपस में रेशो होवे तो हमेशा रिलेटिव वर्ड खवाउंदा। ठीक है, दोवें एक दूजे नाल रिलेट किवें करदे पए। सो बेटा साडे कोल रिलेटिव एरर फिर की आएगा, एब्सोल्यूट एरर डिवाइडेड बाय ट्रू वैल्यू। एब्सोल्यूट एरर कितना आया सी थे 0.05 सेंटीमीटर। ट्रू वैल्यू साडे कोल कितनी है 10.15 सेंटीमीटर। आ कटेगी, इसका मतलब रिलेटिव एरर का कोई यूनिट है
नो यूनिट। देयरफॉर रिलेटिव वाले वर्ड्स का कभी कोई यूनिट नहीं होता क्योंकि दोनों रेशियोज किरिया होंदियां ने सेम डायमेंशन दियां। तो आ चीज साडे कोल की आ गई रेशियो में जो आंसर आएगा वो साडे कोल की होएगी रिलेटिव एरर। और लास्ट पे साडे कोल है बेटा परसेंटेज एरर। परसेंटेज एरर वो की हुंदा रिलेटिव एरर दी जो साडे कोल रिलेटिव एरर है उसकी परसेंटेज बना देनी है। मींस उसकी परसेंटेज कितना बनावांगे जो रिलेटिव एरर है इनटू सो की आ गया ये की आ गया साडे कोल परसेंटेज एरर। ये कादे च हुंदा परसेंटेज। समझ लगी गल किवें कह रहे हैं आपां ये किदां करांगे आपां जो साडे कोल ये आया हुण इनटू 100 आपां कर लांगे इसनूं ऊपर 5 आ गया। ये जो आंसर आएगा वो की साडे कोल होएगा परसेंटेज एरर। कादे च होएगा परसेंटेज। उम्मीद है थानू तीनों चीज़ां समझ आ गई होणगियां बेटा। ये तीनों चीज़ां नाल लैके ही हमेशा आपां हर एक न्यूमेरिकल करना है। गल समझ लगी एब्सोल्यूट क्या है रिलेटिव क्या है और परसेंटेज एरर क्या है। क्वेश्चन किदां दे होणगे क्वेश्चन विच की होणगे जिहड़ी एप्लीकेशनस आपां उस नूं पढ़न लगे आ सीधे ही जिह च क्वेश्चन बनदे आ। अगर दो थिंग्स आ साडे कोल दोनों थिंग्स दे विचकार दा प्लस साइन है। एग्जांपल सिंपल मैं गल कर दवां साडे कोल बेटा जो ये जिन्ना आपां पढ़िया बेटा इसका बड़ा स्क्रीनशॉट ले लो ताकि चीज़ां आपां क्लीयर रहन। और इस तो बाद मैं इरेज करके सीधा आंसर लगा के न्यूमेरिकल्स इहदे विच बेटा आउंदे ते आउंदे किदां दे जल्दी स्क्रीनशॉट लो। नैक्सट है बेटा कि जिहड़े साडे कोल एरर आ रहे ने उन्हां एरर्स नूं असीं लिखना किदां है। ठीक है बड़े ध्यान दे नाल सुनना चीज नूं। एरर्स जिहड़े आ रहे ने उन्हां नूं एरर्स नूं आपां लिखना किस तरह देखो जिवें हुणे आपां कंसीडर कीता सी ते साडे कोल एब्सोल्यूट एरर बेटा जो निकल के आया सी वो सी 0.05 सेंटीमीटर। उस दी साडे कोल जिहड़ी ट्रू वैल्यू सी वो आई सी 10.15 सेंटीमीटर और ऑब्जर्व्ड वैल्यू या एक्सपेरिमेंटल वैल्यू जो साडे कोल आई सी वो सी 10.10 सेंटीमीटर। ओके ਅਸੀਂ फाइंड की करना उस ਅਸੀਂ ਜਦੋਂ ਇਸ ਨੂੰ ਲਿਖਣਾ ਹੋਵੇ ਕਦੇ ਕਦੀ ਇਕੁਏਸ਼ਨਸ ਦੇ ਵਿੱਚ ਉਸ ਨੂੰ ਆਪਾਂ ਬੋਲਦੇ ਆ ਲਿਮਿਟਸ ਆਫ ਐਰਰ ਕਿ ਕਿਸੇ ਲਿਮਿਟਸ ਦੇ ਵਿੱਚ ਲਿਖਣਾ ਹੈ। ਜਿਵੇਂ ਸਾਨੂੰ ਕੁਐਸਚਨ ਕੋਈ ਆ ਜਾਵੇ ਔਰ ਇਸ ਤਰੀਕੇ ਵਾਸਤੇ ਲਿਖਣਾ ਹੋਵੇ ਤਾਂ ਹਮੇਸ਼ਾ ਬੇਟਾ ਆਪਾਂ ਲਿਖੀ ਦਾ ਆ ਟਰੂ ਵੈਲਿਊ प्लस माइनस जो साडे कोल एब्सोल्यूट एरर है मींस एब्सोल्यूट एरर। प्लस माइनस का मतलब जो हमने आ वैल्यू मैं फाइंड की है कि मेरी एक्सपेरिमेंटल वैल्यू वो की है कि जो ट्रू वैल्यू मेरी निकल के आई है 10.15 उस दे विच ये जो वैल्यू है ये थोड़ी बहुत ऊपर इन्नी ऊपर हो सकती या नीचे हो सकती मींस इन्नी क वैल्यू की एक्यूरेसी आपां नूं लैके चलनी पै रही है क्योंकि इन्नी एक्यूरेसी जी ऊपर वाली आ वैल्यू सी ये उसने फाइंड नहीं की उस डिवाइस ने जिसनों मैयर करने नूं कहा सी कि इहदी मेजरमेंट करो कितनी है उन्नी इसने मेजरमेंट नहीं की मींस इत्थों तक दी एक्यूरेसी तक और नहीं पहुंच सकिया उन्नी एक्यूरेसी तक वो नहीं पहुंच सकिया इसदा मतलब उत्थे उस लैवल तक जाने उहदी एक्यूरेसी लिमिट खत्म हो चुकी सी देयरफॉर इन्नी जी बची ओहदा की बन गया एरर एरर इत्थे आपां लिख दित्ता। ठीक है गल समझ लगी बेटा ये कीता की जा रहा है। नैक्सट आ रहा बेटा आपां इहदे विच करना की है अगर कोई क्वेश्चन साडे कोल आ जांदे आ क्वेश्चंस दे विच बेटा आपां इसनूं किद्दां फाइंड करदे आ देखो किद्दां क्वेश्चन की है अगर क्वेश्चन ये है किसी दी लेंथ सानू गिवन है कोई सी ठीक है साडे कोल दो रॉड्स ने और आप करना की हुण आप कर लगे बेटा एडिशन और सबट्रैक्शन किद्दां कर सकते हैं आप अगर सानू कोई दो फिजिकल क्वांटिटीज गिवन ने और उन्हां दे एरर्स भी सानू पता है तो फिर आप फिजिकल उन्हां दी जो एरर्स ने उन्हां नूं आप किद्दां लिखदे आ किहड़ी लिमिट्स दे विच लिखदे आ और एरर्स नूं प्लस और माइनस किद्दां करदे आ। क्वेश्चन की है कि सानू लेंथ गिवन है किसी एक दी लेंथ है बेटा साडे कोल 12.14 सेंटीमीटर कोई L2 है उसकी लेंथ साडे कोल है 6.08 सेंटीमीटर। ओके ठीक है कोई दो रोड्स ने उन्हां दी लेंथ है साडे कोल बेटा एक गिवन है एक L1 है और एक L2 है जिस डिवाइस दे नाल इन्हां दी मेजरमेंट कीती गई उन्हां दी एक्यूरेसी लिमिट बेटा है 0.1 सेंटीमीटर मतलब इसे कंपेयर करो इथों तक नहीं पहुंच सकिया
ਉਹ ਇਹਦਾ ਮਤਲਬ ਇੰਨੀ ਐਕੂਰੇਸੀ ਲਿਮਿਟ ਸੀ ਉਹਦੀ, ਇੱਥੋਂ ਤੱਕ ਗਿਆ, ਆ ਉੱਪਰਲੀ ਚੀਜ਼ ਨਹੀਂ ਗਿਆ, ਇਹਦਾ ਮਤਲਬ ਇੰਨੀ ਐਕੂਰੇਸੀ ਤੱਕ ਨਹੀਂ ਪਹੁੰਚ ਸਕਿਆ, देयरफॉर ਇੱਥੇ ਇੰਨੀ ਐਕੂਰੇਸੀ ਤੱਕ ਨਹੀਂ ਪਹੁੰਚ ਸਕਦਾ। ਸਮਝੇ ਬਾਤ? ਸੋ ਇਸ ਨੂੰ ਮੈਂ ਕੀ ਲੈ ਕੇ ਚੱਲਾਂਗਾ? ਐਬਸੋਲੂਟ ਐਰਰ। ਦੇਖੋ ਕਰਨਾ ਕੀ ਆ, ਉਹ ਜਦੋਂ ਐਡੀਸ਼ਨ ਹੁੰਦੀ ਹੈ ਬੇਟਾ, ਐਡੀਸ਼ਨ ਐਰਰਸ ਵਾਲੇ ਕੇਸ ਵਿੱਚ ਉਹਨਾਂ ਦੀ ਐਡੀਸ਼ਨ ਕਿੱਦਾਂ ਹੋਊਗੀ? ਦੇਖੋ ਇਹਨੂੰ ਕਿੱਦਾਂ ਲਿਖਾਂਗੇ ਆਪਾਂ? L1 ਕਿੱਦਾਂ ਆ ਜਾਊਗਾ ਬੇਟਾ? L1 ਕੀ ਆਊਗਾ? ਮੀਨਸ ਐਕਸਪੈਰੀਮੈਂਟਲ ਵੈਲਿਊ ਜੋ ਆਏਗੀ ਸਾਡੇ ਕੋਲ ਉਹ L1 प्लस माइनस एक्यूरेसी लिमिट इतनी होएगी, दूसरे दी की होएगी L2 प्लस माइनस 0.1 सेंटीमीटर इतनी होएगी। दोहां दी वैल्यूज को आप इकट्ठा करिए तो लिखना कितना है, जो आप इन दोहां नूं एडिशन करनी है, एडिशन वाले केस में बेटा कितना लिखा जाऊगा? एडिशन किवें आएगी? L1 प्लस L2 अलग से, L1 प्लस L2 ये दोहां दी एडिशन अलग तो, और एरर्स दी एडिशन अलग तो। ध्यान दो, जिन्नियां फिजिकल क्वांटिटीज दी जो यूनिट्स ने, जो डिमेंशन सानू गिवन है, उन्हां दी अलग तो प्लस करना है और एरर्स नू अलग तो करना है। सो ये अलग तो हो गया, नाल प्लस माइनस साडे कोल की है, एरर्स जो है वो कितना 0.1 प्लस 0.1 टोटल सेंटीमीटर हो गया। की है L1 प्लस L2 कितना बन गया बेटा जी? 22 18 प्लस माइनस 0.2 सेंटीमीटर, ये आंसर आ गया। सबट्रैक्शन हो जाए तो की होगा इथे? सबट्रैक्शन वाले केस की होएगा सेम इसी तरीके दे नाल इन्हां दोहां दी क्या गया कि इन्हां दी सबट्रैक्शन करो तो फिर कितना करेंगे आपां? L1 माइनस L2 वखरा प्लस माइनस नाल एरर्स अलग तो, और एरर्स हमेशा बेटा एरर एक च आया जिन्ना च भी आया, टोटल एरर की है, जिन्ने एरर्स होणगे वो सारे की करने पैणे आपां नूं ऐड। गल नूं ध्यान च रखो, एरर्स अगे मल्टीप्लीकेशन होना, डिवीजन होना, पावर्स वाले क्वेश्चन, रेस टू पावर क्वेश्चन होने हैं, एरर्स हमेशा ऐड होंदे हैं। एरर कभी माइनस प्लस माइनस नहीं हो सकते, मल्टीप्लाई नहीं हो सकते, डिवाइड नहीं हो सकते, एरर्स हमेशा प्लस। ਉਹ ਚੋਂ ਇਨ ਐਰਰ, ਉਹ ਚੋਂ ਇਨ ਐਰਰ, ਉਹ ਚੋਂ ਇਨ ਐਰਰ, ਐਰਰ 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 ਐਂਡ ਸੋ ਔਨ, ਸਾਰੇ ਐਰਰ। ਠੀਕ ਹੈ, ਬਾਕੀ ਜੋ ਚੀਜ਼ਾਂ ਹੈ ਜੋ ਬਾਕੀ ਫਿਜ਼ੀਕਲ ਕੁਆਂਟੀਟੀਜ਼ ਉਹਦੇ ਨਾਲ ਲੱਗੀਆਂ ਨੇ ਐਰਰਸ ਦੇ ਨਾਲ, ਉਹ ਸਭ ਨੂੰ ਆਪਾਂ ਜੋ ਜਿਵੇਂ ਉਹ ਕਹਿ ਰਹੇ ਉਹਦੇ ਅਕੋਰਡਿੰਗ ਕਰਨਾ, ਬਟ ਐਰਰਸ ਜਿੱਥੇ ਆ ਗਏ ਉਹ ਸਾਰੇ ਉਹ ਪਲੱਸ ਕਰਨੇ ਆ। ਸੋ ਇੱਥੇ ਕੀ ਆ ਰਿਹਾ, ਦੋਹਾਂ ਨੂੰ ਅਲੱਗ ਤੋਂ ਕੀਤਾ, ਇੱਥੇ ਵੈਲਿਊਜ਼ ਬੇਟਾ ਕੀ ਆਏਗੀ? L1 ਮਾਈਨਸ L2, ਇੱਥੇ ਆ ਗਿਆ 6, ਇੱਥੇ ਕਿੰਨਾ ਆ ਗਿਆ 6 प्लस माइनस 0.2, ए भी हो गया, ए आ गई साडे कोल वैल्यू, बस प्लस होवे दोवां लेंथा प्लस एरर्स प्लस, प्लस माइनस मींस एनी वैल्यू उस तो ऊपर हो सकता नीचे हो सकती, मींस जो ऑब्जर्व्ड वैल्यू साडे कोल होएगी ओ एस दी, हुण आ ट्रू वैल्यूज आ साडे कोल आ गई, ट्रू वैल्यूज एदी आ सी दोवे ट्रू वैल्यूज ऐड करती हैं, आ ट्रू वैल्यूज आ गई इस दे विच जो, और इस ट्रू वैल्यूज दे विच जिस डिवाइस दे नाल मैं मेजरमेंट करदा पिया वां उस दे करके जिहड़ी ऑब्जर्व्ड वैल्यू होएगी जां एक्सपेरिमेंटल वैल्यू होएगी वो की होएगी ट्रू वैल्यू दे विचों इन्नी चीज ऊपर जां नीचे, क्योंकि जो मेजरमेंट ये नहीं कर पा रहा 0.1 की मेजरमेंट इन्नी एक्यूरेसी तक नहीं जा रहा, इसका मतलब जां तां वो नीचे नहीं जा सकिया होना, जाए होना ऊपर नहीं जा सकिया, इथों तक जो एक्यूरेसी कर नहीं सकिया। ठीक है ना, जिवें ਉਹਦੇ ਵਿੱਚ ਸੀ ਇੰਨੀ एक्यूरेसी नहीं कर सकिया, ਇਹਦਾ मतलब ਜਾਂ ਤਾਂ ਉਹਨੇ ਵੈਲਿਊ ਆ ਦੇਣੀ ਨਹੀਂ ਸੀ, ਜਾਂ ਕੀ ਦੇਣੀ ਸੀ 10.20 ਦੇਣੀ ਸੀ। ਸੋ 0.05 ਚਾਹੇ ਅੱਗੇ ਚਾਹੇ ਪਿੱਛੇ ਇੰਨੀ एक्यूरेसी नहीं दे पा रहा। सो सेम चीज बेटा इत्थे हो रही है, प्लस वाले केस प्लस करते, माइनस वाले केस माइनस कर देते और एरर्स नाल ਜਿਹੜੇ ਸਾਰੇ ऐड कर देते। सो देयरफॉर ਜਦੋਂ माइनस वाला केस है ਉਹ ਚ भी ਇੰਨੀ एरर इन दोनों आपस में माइनस कर देते आप, एरर जो सी प्लस कर देते, इना टोटल एरर, चाहे ਇਹਦਾ मतलब इन्नी ट्रू वैल्यू दे विच ਇਹਦੀ जो ऑब्जर्व्ड वैल्यू होगी चाहे इन्नी ऊपर होएगी चाहे इन्नी नीचे होएगी, दोनों आपस में करांगे तो वो साडे कोल की आएगी एक्सपेरिमेंटल वैल्यू। कल पल्ले भाई नेक्स्ट आउट ही आ रहा है। नेक्स्ट है बेटा अगर साडे कोल कोई क्वेश्चन हो जाण जिन्हां दे विच की आउंदा होवे रैंडम एरर्स। रैंडम एरर्स बहुत अच्छी टॉपिक है, इसनूं असीं पढ़ना है, दस दिया करना कितना। क्योंकि बेटा असी अगे हुण जो करांगे असी करांगे अगे हुण मल्टीप्लीकेशन डिवीजन या रेस टू पावर वाली एप्लीकेशंस एरर्स दियां, बस उस नूं करन तो पहला सानू
ਰੈਂਡਮ ਐਰਰਸ ਬਾਰੇ ਵੀ ਕਰਨਾ ਪੈਣਾ ਕਿਉਂਕਿ ਕੁਐਸਚਨ ਇਹਦੇ ਨਾਲ ਦਾ ਵੀ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਹੈ। ਰੈਂਡਮ ਐਰਰਸ ਕੀ ਚੀਜ਼ ਨੇ? ਰੈਂਡਮ ਐਰਰਸ ਹੈ ਅਗਰ ਅਸੀਂ ਕਿਸੇ ਇੱਕ ਦੀ ਮੇਜਰਮੈਂਟ ਕਰਦੇ ਪਏ ਆ ਔਰ ਹਰ ਵਾਰ ਮੇਜਰਮੈਂਟ ਕਰਨ ਦੇ ਨਾਲ ਨਾਲ ਕੀ ਹੋ ਰਿਹਾ ਹੈ, ਉਸ ਦੀ ਵੈਲਿਊ ਅਲੱਗ-ਅਲੱਗ ਹੀ ਆਈ ਜਾ ਰਹੀ ਹੈ। ਮੰਨ ਲਓ ਮੈਂ ਕਿਸੇ ਦੀ ਮੇਜਰਮੈਂਟ ਕੀਤੀ, ਇੱਕ ਵਾਰ ਮੈਂ ਇਹਦੀ ਮੇਜਰਮੈਂਟ ਕੀਤੀ ਤਾਂ ਵੈਲਿਊ ਆ ਗਈ 10.1 ਸੈਂਟੀਮੀਟਰ, ਦੂਜੀ ਵਾਰ ਕੀਤੀ 10.2 ਆ ਗਈ, ਤੀਸਰੀ ਵਾਰ ਕੀਤੀ 9.9 ਆ ਗਈ, ਚੌਥੀ ਵਾਰ ਕੀਤੀ 9.8 ਆ ਗਈ। देयरफॉर हर ਵਾਰੀ ਰੈਂਡਮ ਐਰਰਸ ਆਈ ਜਾ ਰਹੇ ਆ। देयरफॉर ਮੈਂ ਇੱਕ ਪਾਰਟਿਕੂਲਰ ਦੀ ਵੈਲਿਊ ਲੈਣੀ ਹੋਵੇ ਤਾਂ ਮੈਂ ਕੀ ਲਵਾਂਗਾ? ਕਿਉਂਕਿ ਸਾਨੂੰ ਟਰੂ ਵੈਲਿਊ ਗਿਵਨ ਨਹੀਂਗੀ, ਟਰੂ ਵੈਲਿਊ ਕਿੰਨੀ ਹੈ ਸਾਨੂੰ ਗਿਵਨ ਨਹੀਂਗੀ। ਸੋ देयरफॉर ਸੱਚ ਕੇਸਿਸ ਦੇ ਵਿੱਚ ਮੈਂ ਟਰੂ ਵੈਲਿਊ ਫਾਈਂਡ ਕਰਨੀ ਹੋਵੇ ਤਾਂ ਮੈਂ ਕੀ ਕਰਾਂਗਾ? ਸਾਰੇ ਦਾ ਕੀ ਕਰ ਲਈਏ? ਮੀਨ। ਸਮਝੇ ਬਾਤ? ਸੱਚ ਕੁਐਸਚਨਸ ਦੇ ਵਿੱਚ ਕਈ ਵੈਲਿਊ ਸਾਨੂੰ ਬਹੁਤ ਸਾਰੀ ਵੈਲਿਊਜ਼ ਗਿਵਨ ਨੇ ਬਟ ਸਾਨੂੰ ਟਰੂ ਵੈਲਿਊ ਨਹੀਂ ਗਿਵਨ। ਸੋ देयरफॉर ਆਪਾਂ ਟਰੂ ਵੈਲਿਊ ਕਿੱਦਾਂ ਕਰਾਂਗੇ? ਸਭ ਦਾ ਮੀਨ ਕਰ ਲਈਏ। ਸੋ ਇੱਕ ਐਸਾ ਕੁਐਸਚਨ ਕਰਕੇ ਦੇਖਦੇ ਆਪਾਂ। क्वेश्चन ये है कि बेटा सानू उन्होंने क्वेश्चन दे विच गिवन है कि अगर रिफ्रैक्टिव इंडेक्स ऑफ ग्लास बहुत सारी वैल्यूज गिवन ने 1.51 1.53 1.49 एक्सेट्रा एक्सेट्रा बहुत सारी वैल्यूज गिवन है। ठीक है, चलो आप मान लेंगे आपको 3 नहीं ने, जिन्नियां ज्यादा होणगियां ਉਹਦੇ अकॉर्डिंग ਅਸੀਂ कर लांगे। ठीक है, सर ने क्या कर मैं 3 बार ਕਿਸੇ ਗਲਾਸ ਦਾ ਰਿਫਰੈਕਟਿਵ ਇੰਡੈਕਸ ਫਾਈਂਡ ਕੀਤਾ ਤੇ ਉਹਦੀ ਵੈਲਿਊ ਕਦੀ ਆ ਜਾਂਦੀ, ਕਦੀ ਇਹ ਆ ਜਾਂਦੀ ਔਰ ਕਦੀ ਇਹ ਆ ਜਾਂਦੀ ਹੈ। ਕੁਐਸਚਨ ਕੀ ਕਹਿ ਰਿਹਾ ਸਾਨੂੰ? ਸਭ ਤੋਂ ਪਹਿਲੇ ਨੰਬਰ ਤੇ ਇੰਨੀ ਗੱਲ ਕਹਿ ਰਿਹਾ ਕਿ ਤੁਸੀਂ ਮੀਨ ਵੈਲਿਊ ਫਾਈਂਡ ਕਰਕੇ ਦੱਸੋ ਕੀ ਹੈ। ਸੈਕਿੰਡ ਤੇ ਕੀ ਕਹਿ ਸਕਦਾ ਹੂੰ? ਇਸ ਮੀਨ ਵੈਲਿਊ ਆ ਗਈ। ਫਿਰ ਸੈਕਿੰਡ ਨੰਬਰ ਤੇ ਸਾਨੂੰ ਕਹਿ ਸਕਦਾ ਹੋ ਇਹਦਾ ਐਬਸੋਲੂਟ ਐਰਰ ਫਾਈਂਡ ਕਰਕੇ ਦੱਸੋ ਇਨ ਈਚ ਕੇਸ। थर्ड नंबर पे कह सकता है मीन एब्सोल्यूट एरर। फोर्थ पे कह सकता है रिलेटिव एरर। अगे तो बहुत सिंपल बन गया बेटा, सब कुछ आराम से कर दोगे। फिफ्थ पे कह सकता है परसेंटेज एरर। सिक्स्थ पे कह सकता है इस नू लिमिट्स विच लिख के दिखाओ, मैनू एरर लिमिट्स च लिख के दिखाओ। किस किस केस विच? एक बार एरर वाले केस च और एक बार परसेंटेज वाले केस च। क्वेश्चन विच कुछ भी कह सकता सानू, ये सब चीज़ां आपां कवर अप कर रहे हैं। सब तो पहले नंबर तो सानू क्या मीन वैल्यू ऑफ रिफ्रैक्टिव इंडेक्स ऑफ ग्लास की आऊगा 1.51 प्लस 1.53 प्लस 1.49 कितने टर्म्स ने? 3 ने। सो मीन की आ गया बेटा जी 1.51, ये हो गया। नेक्स्ट की कह रहे सानू एब्सोल्यूट एरर इन ईच केस। सो साडे को मीन वैल्यू ऑफ ए आ गया। सो मीन वैल्यू ए आ गया, सो मैं आ फाइंड कर लिया। देयरफॉर मैं मैनू ट्रू वैल्यू नहीं सी गिवन, क्योंकि सानू पता इन्नी गल दा पता है ना कि आपां जो आ सब रेशियोस करनियां ने रिलेटिव एरर फाइंड करना। रिलेटिव एरर की सी? एब्सोल्यूट एरर डिवाइडेड बाय ट्रू वैल्यू। देयरफॉर मेरे को ट्रू वैल्यू नहीं सी, सो ट्रू वैल्यू फाइंड करने वास्ते मैनू की करना पिया? सब दा मीन लेना पै गया, क्योंकि ट्रू वैल्यू गिवन ही नहीं है। ठीक है ना, एग्जैक्ट वैल्यू नहीं पता, हर बार वक-वक वैल्यू आ रही है, एग्जैक्ट नहीं आ रहा। सो एग्जैक्ट मैं कितना कर लिया? मैं सब दा मीन कर लिया, मेरे को एग्जैक्ट वैल्यू आ गई, सो उसको मैं की कंसीडर कर लिया? ट्रू वैल्यू। सो देयरफॉर आ मेरे को की बन गया बेटा जी? ट्रू वैल्यू, जो ये असली वैल्यू है। सेकंड है मीन एरर इन ईच केस। सो मीन एरर, सेकंड वाला ऑप्शन मीन एरर की आएगा हर, सॉरी एब्सोल्यूट एरर इन ईच केस। एब्सोल्यूट एरर की है तीनों के विच की आएगा? पहले वाले केस विच क्या होगा? ए वाला फर्स्ट, ए वाला सेकंड और ए वाला थर्ड। सो पहले वाले केस की आएगा एब्सोल्यूट एरर की होता है ट्रू वैल्यू माइनस एक्सपेरिमेंटल वैल्यू। ट्रू वैल्यू में को की है 1.5 वैल्यू 51 ते एक्सपेरिमेंटल वैल्यू देनी है 1.51। कुछ आया नहीं जी? ठीक है, कुछ नहीं आया साडे कोल। सेकंड है साडे कोल ट्रू वैल्यू माइनस ऑब्जर्व वैल्यू। दूसरे वाले केस दे विच वो की है ऑब्जर्व्ड वैल्यू या एक्सपेरिमेंटल वैल्यू। वो कितना है साडे कोल 1.53 माइनस कितना है वो दूसरा साडे को कितना 1.53 माइनस ऊपर वाला 1.5 एक्सपेरिमेंटल। ट्रू वैल्यू बेटा साडे को है 1.51 और एक्सपेरिमेंटल वैल्यू है नहीं, तो साडे को आ गया 0.02। थर्ड वाले केस विच भी कड्ढिया आपां ते इहदे विच ओह कर दिता, तो कितना आ गया 0 प्लस विच आ गया 0.02।
ਇੱਕ ਵੈਲਿਊ ਸਾਡੇ ਕੋਲ 0 ਹੈ, ਇੱਕ ਵੈਲਿਊ a ਹੈ, ਇੱਕ ਵੈਲਿਊ a ਹੈ। ਟੋਟਲ ਟਰਮਸ ਕਿੰਨੀਆਂ ਸਾਡੇ ਕੋਲ 1 2 3, ਬਟ ਸਾਡੇ ਕੋਲ ਇਹ ਟਰਮ ਕੁਝ ਵੀ ਨਹੀਂ ਆ ਰਹੀ, ਸੋ ਇਸ ਨੂੰ ਆਪਾਂ ਇਗਨੋਰ ਚ ਰੱਖ ਦਾਂਗੇ। ਗੱਲ ਸਮਝ ਲੱਗੀ ਬੇਟਾ? ਇਹ ਕੁਝ ਵੀ ਨਹੀਂ ਆ ਰਹੀ, ਇਸ ਨੂੰ ਆਪਾਂ ਇਗਨੋਰ ਵਿੱਚ ਰੱਖਾਂਗੇ। ਇੱਕ ਵਾਰ ਮੈਂ ਵੇਖ ਲਾਂ ਬੇਟਾ ਵੀਡੀਓ ਸਹੀ ਬੰਦੀ ਪਈ ਹੈ। ਓਕੇ ਸਹੀ ਸਾਡੀ ਸਾਡੇ ਕੋਲ ਬੇਟਾ ਇੱਥੇ ਕੀ ਆਇਆ ਫਿਰ ਐਬਸੋਲੂਟ ਐਰਰ ਸਾਡੇ ਕੋਲ ਇੰਨਾ ਆ ਗਿਆ, ਇਸ ਦੇ ਵਿੱਚ 0 ਹੈ, ਇਸ ਦੇ ਵਿੱਚ ਇੰਨਾ, ਇਸ ਦੇ ਵਿੱਚ ਇੰਨਾ, ਸੋ ਇਹ ਟਰਮਸ ਤਾਂ ਕੁਝ ਵੀ ਨਹੀਂ ਆ ਰਹੀ। ਅਗਰ ਤੁਹਾਡੇ ਕੁਐਸਚਨ ਦੇ ਵਿੱਚ ਤੁਸੀਂ ਇਦਾਂ ਦੇ ਕੋਈ ਐਰਰਸ ਲਏ ਹੋਣਗੇ, ਅਗਰ ਉਹ ਜਿਹੜਾ ਤਿੰਨ ਵੈਲਿਊਜ਼ ਨੇ और जो मीन आया होवे मान लो वो आ जाता 1.52, ठीक है ना। सो फिर जो अपने विच माइनस करते इत्थे कोई ना कोई वैल्यू आ जानी सी, 0 पॉइंट अपने को 0.01 आ जानी सी, ठीक है साडे कोल 0.01। सो देयरफॉर ਆਪਾਂ ਨੂੰ ਕੰਸੀਡਰ ਕਰਨਾ ਸੀ, ਪਰ ਇੱਥੇ 0 ਵਾਲੇ ਇਹਦਾ ਮਤਲਬ ਆਪਾਂ ਇਹਨੂੰ ਕੰਸੀਡਰ ਨਹੀਂ ਕਰਦੇ ਪਏ। ਸੋ देयरफॉर ਆਪਣੇ ਕੋਲ ਐਬਸੋਲੂਟ मीन एब्सोल्यूट एरर की आ जाएगा जो आप ये फाइंड कर देने हैं। ये की आ जाएगा साडे कोल इथे, ये माइनस चाहे प्लस है, बट आप इन्नी गल पहला भी पढ़ी, चाहे एरर माइनस होवे प्लस होवे, करने की है हमेशा प्लस, एरर्स हमेशा प्लस करने हैं। एरर्स कंटिन्यू होंदे रहंदे आ, एक चो एरर आया दूजे चो एरर आया, इसदा मतलब ये नहीं है कि एक चो आ गया दूजे जाके माइनस हो जाएगा, नहीं। एक ने कोई एरर देता, एक ने कोई गलती कर दी तो गलती काउंट होएगी, दूसरे ने की तो भी काउंट होएगी। इसदा मतलब ये नहीं कि उन्हें की तो उन्हें की आपस में कैंसल आउट कर दे, नहीं। एरर्स की होंगे ऐड। सो देयरफॉर आंसर विच की आएगा, ਇਹਦੇ ਵਿੱਚ -0.02 ਇਹਦੇ ਵਿੱਚ 0.02 ਹੈ ਓਨਲੀ। ਸੋ देयरफॉर ਕੀ ਆ ਗਿਆ ਸਾਡੇ ਕੋਲ 0.02 प्लस 0.02 डिवाइडेड बाय नंबर ऑफ टर्म्स, दो ही बढ़िया क्या आ 0 सी, सो देयरफॉर 2 आ गया। सो आंसर क्या आ गया 0.04 डिवाइडेड बाय 2, आंसर आ गया 0.02। ये की आ गया साडे को मीन एब्सोल्यूट एरर। मीन एब्सोल्यूट एरर आ गया। रिलेटिव एरर की होगा, रिलेटिव एरर किस दी गल करते पे हैं, रिलेटिव एरर सारे वास्ते। रिलेटिव एरर वैसे हुंदा की है एब्सोल्यूट एरर अपॉन ट्रू वैल्यू। एब्सोल्यूट एरर इथे की है, ये कटिया मीन एब्सोल्यूट एरर अपॉन की रखांगे मीन वैल्यू ऑफ रिफ्रैक्टिव इंडेक्स जो कि की सी ट्रू वैल्यू। सो मीन वाली वैल्यू रखांगे अपन। सो एब्सोल्यूट एरर की आ जाएगा 0.02 डिवाइडेड बाय 1.51, ये रिलेटिव एरर आ गया। परसेंटेज एरर की आ जाएगा इनटू 100% कर देता। एरर लिमिट से लिखना होवे, एरर लिमिट से लिखना आप इसनू, तो फिर की करेंगे ट्रू वैल्यू। ਇੱਥੇ ਦੇਖੋ ਜੋ ਆਪਾਂ ਹੁਣੇ ਪਹਿਲਾਂ ਪੜਿਆ ਸੀ, ਟਰੂ ਵੈਲਿਊ ਪਲੱਸ ਮਾਈਨਸ ਜੋ ਐਰਰ ਸੀਗਾ। ਸੋ ਟਰੂ ਵੈਲਿਊ ਕੀ ਹੈ ਇੱਥੇ 1.51 ਪਲੱਸ ਮਾਈਨਸ ਐਰਰ ਲਿਮਿਟਸ ਲਿਖਣੀ ਪਹਿਲਾਂ ਕਿਹਦੇ ਨਾਲ, ਮੀਨ ਐਬਸੋਲੂਟ ਐਰਰ ਦੇ ਨਾਲ। ਦੋ ਵਾਰ ਕਿਹਾ ਸੀ ਮੀਨ ਐਬਸੋਲੂਟ ਐਰਰ ਦੇ ਨਾਲ ਔਰ ਪਰਸੈਂਟੇਜ ਐਰਰ ਦੇ ਨਾਲ। ਮੀਨ ਐਬਸੋਲੂਟ ਐਰਰ ਦੇ ਵਿੱਚ ਵੈਲਿਊ ਆਈ 0.02 ਸੈਂਟੀਮੀਟਰ ਸੀ, नो सॉरी ये सेंटीमीटर नहीं चलता, यूनिट्स नहीं है, रिफ्रैक्टिव इंडेक्स का कोई यूनिट नहीं है। सो ये अपने को हो गया। नैक्सट की सी जो आप परसेंटेज एरर से लिखना है, सो उसमें की लिखना 1.51 प्लस माइनस, इथों परसेंटेज एरर निकाल ली आप। सो की आएगा बेटा 2/151 इंटू 100 अप्रोक्सीमेटली 150 लागे बनता, ये 2 ते गया 3 ते गया, सो 4/3 1 पॉइंट 1 पॉइंट फिर आ गया 1033 आ गया साडे कोल। सो 1.33 परसेंटेज बनता है। सो 1.33 परसेंटेज ये आ गया साडे कोल एरर लिमिट्स इन परसेंटेज एरर। हो गया सम सॉल्व। ये अपन रैंडम एरर्स की होए, रैंडम एरर्स होते हो अलग अलग वैल्यूज होती होवे, सेम इको चीज दी अलग अलग हर बार वैल्यू किते थे, तो देयरफॉर आप सच की चीज दे विच की करते हैं, आप सारे नु की कर लेने आ, मीन कर लेने आ। ठीक है बेटा, ये क्वेश्चन हो गए साडे। इस तो बाद असं क्वेश्चन करने हैं जी मल्टीप्लीकेशन दे और डिवीजन दे और रेस टू पावर दे। बट अज लिए साडे को बेटा इन्ना ही, जो अपने को नैक्सट आ वो असी इन्हां तिन्ने एप्लीकेशन दे, मल्टीप्लीकेशन दे, डिवीजन दे और रेस टू पावर दे आपां अगले लेक्चर करांगे। सो अज दे लिए बेटा इन्ना ही। उम्मीद है तुहानूं साडा ये जो लेक्चर सी पसंद आया होगा। एक बार ध्यान नाल जरूर देखना, मैं रीकैप कर रहा वा। ट्रू वैल्यू प्लस माइनस, एक्यूरेसी लिमिट वैल्यू या फिर एरर, ये हो गया। एडिशन वाले सारे सारे एलिमेंट्स प्लस कर देनी है, एरर सारे प्लस होंगे, एरर्स हमेशा प्लस होंगे। माइनस वाले केस माइनस वाले केस में भी एरर्स प्लस होंगे, ये वाली आपस में माइनस हो जाएंगे। देयरफॉर सच केसेस दे विच भी इदां ही है।
ਜੋ ਸਾਡੇ ਕੋਲ ਟਰੂ ਵੈਲਿਊ ਨਹੀਂ ਪਤਾ, ਸਾਡੇ ਕੋਲ ਰੈਂਡਮ ਵੈਲਿਊਜ਼ ਪਤਾ ਨਹੀਂ, ਉਹਨਾਂ ਚੋਂ ਆਪਾਂ ਇੱਕ ਵੈਲਿਊ ਫਾਈਂਡ ਕਰ ਲਿਓ, ਸਾਡੇ ਲਈ ਟਰੂ ਵੈਲਿਊ ਬਣ ਜਾਣੀ। ਉਸੇ ਤਰੀਕੇ ਦੇ ਨਾਲ ਐਬਸੋਲੂਟ ਐਰਰ ਇਨ ਈਚ ਕੇਸ ਫਾਈਂਡ ਕਰ ਲਿਆ, ਮਾਈਨਸ ਕਰਕੇ ਉਹ ਆ ਗਿਆ, ਸਾਡੇ ਕੋਲ ਇੱਕ ਟਰਮ 0 ਸੀ ਬਣ ਗਈ, therefore ਆਪਾਂ ਸੋ ਦੋ ਕੀ ਟਰਮਸ ਵਾਸਤੇ ਕਰ ਲਿਆ। ਦੋ ਟਰਮਸ ਵਾਲੇ ਕੇਸ ਦੇ ਵਿੱਚ ਮੀਨ ਐਬਸੋਲੂਟ ਐਰਰ ਆ ਗਿਆ। ਥਰਡ ਵਾਲੇ ਕੇਸ ਦੇ ਵਿੱਚ ਰਿਲੇਟਿਵ ਐਰਰ ਸੀ, ਸਾਡੇ ਕੋਲ ਰਿਲੇਟਿਵ ਐਰਰ ਕੀ ਹੁੰਦਾ, ਮੀਨ ਐਬਸੋਲੂਟ ਐਰਰ ਅਪਨ ਮੀਨ ਟਰੂ ਵੈਲਿਊ ਆਫ that ਰਿਫਰੈਕਟਿਵ ਇੰਡੈਕਸ, ਜਿਹਨੂੰ ਆਪਾਂ ਮੀਨ ਕੱਢਿਆ ਸੀ, ਜੋ ਆਪਣੇ ਉਹ ਵੀ ਮੀਨ ਸੀ, therefore ਮੀਨ ਅਪਨ ਮੀਨ ਬਣ ਗਿਆ। ਉਹ ਆਪਾਂ ਵੈਲਿਊ ਇੱਥੇ ਰੱਖ ਲਈ। ਫਿਰ ਉਸ ਤੋਂ ਬਾਅਦ ਪਰਸੈਂਟ ਐਰਰ ਕੀਤਾ, ਮਲਟੀਪਲਾਈ 100 ਕਰ ਦਿੱਤਾ। ਐਬਸੋਲੂਟ ਫਿਰ ਐਰਰ ਲਿਮਿਟਸ ਕਰਨੀਆਂ ਆਪਾਂ ਕੇਸ ਵਾਲੇ ਕੇਸ ਦੇ ਵਿੱਚ ਮੀਨ ਐਬਸੋਲੂਟ ਵਾਲੇ ਚ ਤੇ ਪਰਸੈਂਟੇਜ ਵਾਲੇ ਚ ਮੀਨ ਐਬਸੋਲੂਟ ਵਾਲੇ ਚ, ਤੇ ਆ ਗਿਆ ਇਹ ਪਲੱਸ ਆ ਜੋ ਮੀਨ ਐਬਸੋਲੂਟ ਵਾਲੇ ਸੀ ਉਹ ਨਾਲ ਲਿਖ ਲਿਆ। ਪਰਸੈਂਟੇਜ ਵਾਲੇ ਕੇਸ ਦੇ ਵਿੱਚ ਉਹ ਹੀ ਟਰੂ ਵੈਲਿਊ ਪਲੱਸ ਮਾਈਨਸ ਪਰਸੈਂਟੇਜ ਵਾਲੀ ਵੈਲਿਊ। ਸੋ ਬੇਟਾ ਅੱਜ ਦੇ ਲਈ ਨਹੀਂ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਵੀ ਦਬਾਓ। ਤੁਹਾਡੇ ਨਾਲ ਹੀ ਬੇਟਾ ਅਸੀਂ ਅੱਜ ਦੇ ਲਈ ਬੇਟਾ ਇੰਨਾ ਹੀ। ਸੋ ਕੱਲ ਆਪਾਂ ਜਰੂਰ ਪੜਾਂਗੇ, ਕੱਲ ਨਹੀਂ ਫਿਰ ਤੁਸੀਂ ਇਸੇ ਟਾਈਮ ਦੇ ਉੱਪਰ ਆਪਾਂ ਕੱਲ ਫਿਰ ਤੋਂ ਰੈਡੀ ਹੋਵਾਂਗੇ, ਇਸੇ ਟਾਈਮ ਦੇ ਉੱਪਰ ਤੁਹਾਨੂੰ ਕੱਲ ਤੋਂ ਫਿਰ ਵੀਡੀਓ ਮਿਲੇਗੀ। ਸੋ ਅੱਜ ਦੇ ਲਈ ਬੇਟਾ ਇੰਨਾ ਹੀ ਹੈ। ਇਸ ਕੋਲ ਤੁਸੀਂ ਇਹਦਾ ਸਕਰੀਨਸ਼ਾਟ ਲਓ ਜਲਦੀ ਦੇ ਨਾਲ। ਲਾਕਡਾਊਨ ਚੱਲ ਰਿਹਾ, ਘਰਾਂ ਵਿੱਚ ਬਹਿਣਾ ਆ, ਬਾਹਰ ਨਹੀਂ ਘੁੰਮਣਾ, ਪੜ੍ਹਾਈ ਕਰੋ। ਬਾਏ ਬਾਏ।